हेलो गाइस, माय नेम इज़ संदीप बावा। वेलकम टू माय यूट्यूब चैनल हिस्टोरिकल व्लॉग्स। श्री हरमंदिर साहिब जी के सेकंड एपिसोड में आपका स्वागत है। तो आज के व्लॉग में हम आपको श्री हरमंदिर साहिब जी के अंदर जो गुरुओं के पवित्र स्थापित स्थान है उसके बारे में जानकारी देंगे। हमारी वीडियो में लास्ट तक बने लीजिए, लाइक कीजिए, कमेंट कीजिए, शेयर कीजिए और सब्सक्राइब कीजिए। साथ में बेल पर क्लिक करना मत भूलिए ताकि जो हमारी नेक्स्ट वीडियो आप तक पहुंच सके। तो गाइस, इंतजार की घड़ियाँ खत्म हुई। अब हम गोल्डन टेम्पल के बाहर खड़े हुए हैं। बहुत अच्छा सुहाना मौसम है, गुरु नगरी है। अब हम आपको दरबार साहब के अंदर लेकर जाएंगे। चलिए हमारे साथ। दोस्तों, आज का व्लॉग हमारा पंजाबी में होगा। टुडे आवर व्लॉग बाय पंजाबी लैंग्वेज। थैंक्स। श्री हरमंदिर साहिब जी ਦੇ 4 एंट्री गेट ਹਨ, यानी कि 4 प्रवेश द्वार। ਸੰਗਤ ਕਿਸੇ ਵੀ ਪ੍ਰਵੇਸ਼ ਦੁਆਰ ਤੋਂ ਦਰਬਾਰ ਸਾਹਿਬ ਅੰਦਰ ਆ ਸਕਦੀ ਹੈ ਅਤੇ ਹਰ ਪ੍ਰਵੇਸ਼ ਦੁਆਰ ਤੇ ਜੋੜੇ ਘਰ ਦੀ ਵਿਵਸਥਾ ਕੀਤੀ ਗਈ ਹੈ। ਆਪਣੇ ਜੋੜੇ ਉੱਥੇ ਜਮ੍ਹਾਂ ਕਰਾਓ ਅਤੇ ਟੋਕਨ ਪ੍ਰਾਪਤ ਕਰੋ। ਇਹ ਜੋੜੇ ਘਰ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਕੋਈ ਵੀ ਯਾਤਰੀ ਜਾਂ ਸੰਗਤ ਇਸ ਜੋੜੇ ਘਰ ਵਿੱਚ ਨਿਸ਼ੁਲਕ ਸੇਵਾ ਕਰ ਸਕਦੇ ਹਨ। ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਆਉਣ ਤੋਂ ਪਹਿਲਾਂ ਆਪਣੇ ਸਿਰ ਨੂੰ ਰੁਮਾਲ ਨਾਲ ਢੱਕ ਦਿਓ ਜਾਂ ਕਿਸੇ ਕੱਪੜੇ ਨਾਲ। ਇਹ ਇਸ ਕਰਕੇ ਹੈ ਕਿ ਤੁਸੀਂ ਦਰਬਾਰ ਦੇ ਅੰਦਰ ਜਾ ਰਹੇ ਹੋ। ਆਪਣੀ ਮਰਿਆਦਾ, ਅਨੁਸ਼ਾਸਨ ਅਤੇ ਸੱਚੀ ਆਸਥਾ ਨੂੰ ਦਰਸਾਉਂਦਾ ਹੈ। ਨਾਲ ਹੀ ਆਪਣੇ ਪੈਰ ਧੋ ਕੇ ਗੁਰੂ ਘਰ ਵਿੱਚ ਜਾਓ ਤਾਂ ਜੋ ਪੈਰਾਂ ਦੀ ਮੈਲ ਗੁਰੂ ਘਰ ਵਿੱਚ ਨਾ ਜਾਵੇ। ਸਮੂਹ ਸਾਧ ਸੰਗਤ ਜੀ, ਆਓ ਹੁਣ ਤੁਹਾਨੂੰ ਸਵਰਨ ਮੰਦਰ ਦੇ ਦਰਸ਼ਨ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਵਾੜ ਅੰਮ੍ਰਿਤ ਵੇਲੇ ਲਗਭਗ 2 ਵਜੇ ਦੇ ਕਰੀਬ ਖੁੱਲ੍ਹਦੇ ਹਨ। ਫਿਰ 4 ਵਜੇ ਦੇ ਕਰੀਬ ਸੇਵਾਦਾਰ ਸ਼੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਮੂਹ ਸਾਧ ਸੰਗਤ ਤੇ ਸੇਵਾਦਾਰ ਢੋਲ ਨਗਾਰਿਆਂ ਤੇ ਫੁੱਲਾਂ ਦੀ ਵਰਖਾ ਵਿੱਚ ਸ਼੍ਰੀ ਪਾਲਕੀ ਸਾਹਿਬ ਵਿੱਚ ਸਥਾਪਿਤ ਕਰਕੇ ਸ਼੍ਰੀ ਦਰਬਾਰ ਸਾਹਿਬ ਲਿਆ ਕੇ ਗੱਦੀ ਤੇ ਵਿਰਾਜਮਾਨ ਕਰਦੇ ਹਨ। ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ ਗੁਰਾਂ ਜੀ ਦੇ ਇਤਿਹਾਸਿਕ ਸੁਸ਼ੋਭਿਤ ਸਥਾਨਾਂ ਬਾਰੇ ਜਾਣਕਾਰੀ ਦੇਵਾਂਗੇ। ਸ਼੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ ਲੈਫਟ ਸਾਈਡ ਤੋਂ ਸਾਨੂੰ ਸਭ ਤੋਂ ਪਹਿਲਾਂ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਹੋਣਗੇ। ਇਤਿਹਾਸ ਵਿੱਚ ਜ਼ਿਕਰਯੋਗ ਹੈ ਕਿ ਪੱਟੀ ਦੇ ਰਾਜੇ ਦੂਣੀ ਚੰਦ ਨੇ ਆਪਣੀ ਬੇਟੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਬੀਬੀ ਰਜਨੀ ਇਹ ਭਾਣਾ ਮੰਨਦਿਆਂ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇਹੜੀ ਵਿੱਚ ਬਿਠਾ ਕੇ ਉਹ ਪਿੰਡੋ ਪਿੰਡੀ, ਨਗਰ ਨਗਰ, ਜੰਗਲ ਜੰਗਲ ਭਟਕਦੀ ਹੋਈ ਇਸ ਸਥਾਨ ਤੇ ਪਹੁੰਚੀ। ਉਸ ਦਾ ਪਿੰਗਲਾ ਪਤੀ ਕੀ ਦੇਖਦਾ ਹੈ ਕਿ ਕਾਲੇ ਕਾਂ ਸਰੋਵਰ ਵਿੱਚ ਡੁਬਕੀ ਲਗਾ ਕੇ ਸਫੇਦ ਹੰਸ ਬਣ ਕੇ ਉੱਡਦੇ ਜਾ ਰਹੇ ਹਨ। ਉਹ ਸੋਚਦਾ ਹੈ ਕਿ ਜੇਕਰ ਕਾਲੇ ਕਾਂ ਇਸ ਸਰੋਵਰ ਵਿੱਚ ਡੁਬਕੀ ਲਗਾ ਕੇ ਸਫੇਦ ਹੰਸ ਬਣ ਕੇ ਬਾਹਰ ਨਿਕਲ ਸਕਦੇ ਹਨ ਤਾਂ ਮੇਰਾ ਰੋਗ ਕਿਉਂ ਨਹੀਂ ਦੂਰ ਹੋ ਸਕਦਾ। ਇਹ ਸੋਚ ਕੇ ਉਹ ਉਸ ਸਰੋਵਰ ਵਿੱਚ ਡੁਬਕੀ ਲਗਾਉਂਦਾ ਹੈ ਤਾਂ ਕੀ ਦੇਖਦਾ ਹੈ ਕਿ ਉਸ ਦਾ ਰੋਗ ਠੀਕ ਹੋ ਜਾਂਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਉਹਨਾਂ ਦੋਨਾਂ ਨੂੰ ਦਰਸ਼ਨ ਦਿੱਤੇ ਅਤੇ ਕਿਹਾ, ਇਸ ਅਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ। ਗੁਰੂ ਜੀ ਨੇ ਆਪ ਹੀ ਇਸ ਅਸਥਾਨ ਦਾ ਨਾਮ ਦੁੱਖ ਭੰਜਨੀ ਸਾਹਿਬ ਰੱਖਿਆ।
ਇਸ ਦੇ ਨਾਲ ਹੀ ਥੜਾ ਸਾਹਿਬ ਸੁਸ਼ੋਭਿਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਅਤੇ ਸਰੋਵਰ ਦੀ ਕਾਰ ਸੇਵਾ ਕਰਾਉਂਦੇ ਹੋਏ ਇਸ ਸਥਾਨ ਤੇ ਬੈਠਦੇ ਸਨ। ਉਹ ਕਾਰ ਸੇਵਾ ਦੀ ਨਿਗਰਾਨੀ ਕਰਦੇ, ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦਿੰਦੇ ਸਨ। ਸੁਬਹ ਸ਼ਾਮ ਇੱਥੇ ਦੀਵਾਨ ਵੀ ਸਜਾਏ ਜਾਂਦੇ ਸਨ। ਇਹ ਸਥਾਨ 68 ਤੀਰਥਾਂ ਦੇ ਬਰਾਬਰ ਹੋ ਜਾਂਦਾ ਹੈ। ਇਸ ਲਈ ਸਿੱਖ ਪਰੰਪਰਾ ਦੇ ਅਨੁਸਾਰ ਇਸ ਸਥਾਨ ਦਾ ਨਾਮ ਥੜਾ ਸਾਹਿਬ ਯਾਨੀ ਕਿ 68 ਤੀਰਥ ਵੀ ਪ੍ਰਚਲਿਤ ਹੋ ਗਿਆ। ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਅੱਗੇ ਬਾਬਾ ਦੀਪ ਸਿੰਘ ਜੀ ਦਾ ਉਹ ਅਸਥਾਨ ਸੁਸ਼ੋਭਿਤ ਹੈ ਜਿੱਥੇ ਗੁਰੂ ਸਾਹਿਬਾਨ ਜੀ ਨੇ ਆਪਣਾ ਸੀਸ ਭੇਟ ਅਰਪਿਤ ਕੀਤਾ ਸੀ। ਦਰਸ਼ਨੀ ਡਿਓਰੀ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਸੁਸ਼ੋਭਿਤ ਹੈ। ਸ਼੍ਰੀ ਅਕਾਲ ਤਖਤ ਸਾਹਿਬ 5 ਤਖਤਾਂ ਵਿੱਚੋਂ ਸਿੱਖਾਂ ਦਾ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਤਖਤ ਹੈ। ਸਿੱਖਾਂ ਦਾ ਸਭ ਤੋਂ ਸਰਵੋਤਮ ਤਖਤ ਵੀ ਹੈ। ਸ਼੍ਰੀ ਅਕਾਲ ਤਖਤ ਦੇ ਸਭ ਤੋਂ ਉੱਪਰ ਗੁਰੂ ਸਾਹਿਬਾਨ ਜੀ ਦਾ ਰਾਜ ਸਿੰਘਾਸਨ ਸੁਸ਼ੋਭਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼੍ਰੀ ਅਕਾਲ ਤਖਤ ਵਿੱਚ ਕਰਵਾਇਆ ਗਿਆ। ਤਖਤ ਸਾਹਿਬ ਉੱਪਰ ਸੁਨਹਿਰੀ ਬੰਗਲਾ ਬਣਿਆ ਹੋਇਆ ਹੈ ਜਿਸ ਦੇ ਅੰਦਰ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਸ਼ਹੀਦਾਂ ਅਤੇ ਸੂਰਬੀਰ ਸਿੰਘਾਂ ਦੇ ਇਤਿਹਾਸਿਕ ਸ਼ਾਸਤਰ ਸੰਗਤਾਂ ਦੇ ਦਰਸ਼ਨਾਂ ਹਿੱਤ ਰੋਜ਼ਾਨਾ ਸਜਾਏ ਜਾਂਦੇ ਹਨ। ਸ਼ਾਮ ਨੂੰ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਦੇ ਅਰਦਾਸ ਉਪਰੰਤ ਇਹਨਾਂ ਸ਼ਾਸਤਰਾਂ ਦੇ ਖੁੱਲ੍ਹੇ ਦਰਸ਼ਨ ਕਰਵਾਏ ਜਾਂਦੇ ਹਨ। ਕੋਠਾ ਸਾਹਿਬ ਇਹ ਪਾਵਨ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਹੈ। ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਦਬ ਸਤਿਕਾਰ ਸਹਿਤ ਇੱਥੋਂ ਲਿਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੇ ਜਾਂਦੇ ਹਨ। ਗੁਰੂ ਸਾਹਿਬਾਨ ਤਖਤ ਸਾਹਿਬ ਦੇ ਢਾਡੀਆਂ ਤੋਂ ਵੀਰ ਰਸੀ ਵਾਰਾਂ ਗਾਇਨ ਕਰਵਾਉਂਦੇ, ਜਿਨ੍ਹਾਂ ਨੂੰ ਸੁਣ ਸਿੱਖਾਂ ਵਿੱਚ ਗੁਰਬਾਣੀ ਲਈ ਉਤਸ਼ਾਹ ਵੱਧਦਾ। ਤੇ ਅੱਜ ਵੀ ਇਹ ਢਾਡੀ ਜਥੇਦਾਰ ਵੀਰ ਰਸ ਦੀਆਂ ਵਾਰਾਂ ਤੇ ਅਨੇਕਾਂ ਪ੍ਰਕਾਰ ਦੀਆਂ ਵਾਰਾਂ ਗਾਇਨ ਕਰਦੇ ਹਨ। ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਰੀ ਦੇ ਨਾਲ ਸੱਜੇ ਹੱਥ ਗੁਰਦੁਆਰਾ ਲਾਚੀ ਸਾਹਿਬ ਸੁਸ਼ੋਭਿਤ ਹੈ। ਜਦੋਂ 1740 ਈਸਵੀ ਵਿੱਚ ਮੁਗਲ ਹਕੂਮਤ ਮੁੰਡਿਆਲੇ ਦੇ ਚੌਧਰੀ ਮੱਸੇ ਰੰਗੜ ਨੇ ਦਰਬਾਰ ਸਾਹਿਬ ਵਿੱਚ ਆਪਣਾ ਕਬਜ਼ਾ ਕੀਤਾ ਸੀ ਅਤੇ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਭਾਈ ਸੁੱਖਾ ਸਿੰਘ ਜੀ ਮਾੜੀ ਕੋਮੋਕੇ ਅਤੇ ਭਾਈ ਮਹਿਤਾਬ ਸਿੰਘ ਜੀ ਮੀਰਾਕੋਟ ਵਾਲੇ ਉਹ ਬੀਕਾਨੇਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ। ਉਹਨਾਂ ਨੇ ਆਪਣੇ ਘੋੜੇ ਇਸ ਬੇਰੀ ਨਾਲ ਹੀ ਬੰਨ੍ਹ ਕੇ ਅਤੇ ਉਸ ਮੱਸੇ ਰੰਗੜ ਦਾ ਸਿਰ ਉਹਦੇ ਵਜ਼ੀਰਾਂ ਤੇ ਸ਼ਾਸਕਾਂ ਸੈਨਿਕਾਂ ਦੇ ਸਾਹਮਣੇ ਕਲਮ ਕਰ ਦਿੱਤਾ। ਫਿਰ ਸਿੰਘਾਂ ਨੇ ਉਸ ਦੇ ਸਿਰ ਨੂੰ ਆਪਣੇ ਸ਼ਸਤਰ ਉੱਤੇ ਟੰਗ ਕੇ ਉਹ ਨਗਰ ਨਗਰ ਘੁੰਮਣ ਲੱਗੇ। ਲੋਕਾਂ ਦੇ ਦਿਲਾਂ ਵਿੱਚੋਂ ਉਸ ਦਾ ਡਰ ਕੱਢਿਆ ਅਤੇ ਮਜ਼ਲੂਮ ਲੋਕਾਂ ਨੂੰ ਉਸ ਦੇ ਜ਼ੁਲਮ ਤੋਂ ਮੁਕਤ ਕੀਤਾ। ਕਹਿੰਦੇ ਹਨ ਇਸ ਬੇਰੀ ਉੱਪਰ ਨਿੱਕੇ ਨਿੱਕੇ ਲਾਚੀਆਂ ਵਰਗੇ ਬੇਰ ਲੱਗਦੇ ਹਨ, ਇਸ ਕਰਕੇ ਇਸ ਦਾ ਨਾਮ ਲਾਚੀ ਬੇਰ ਪੈ ਗਿਆ। ਅਕਾਲ ਤਖਤ ਤੋਂ ਬਾਅਦ ਪਰਿਕਰਮਾ ਕਰਦੇ ਹੋਏ ਆਪਾਂ ਬੇਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਜਿੱਥੇ ਕਿ ਗੁਰੂ ਘਰ ਦੇ ਅਨੀਨ ਸੇਵਕ ਬਾਬਾ ਬੁੱਢਾ ਸਾਹਿਬ ਜੀ ਪਵਿੱਤਰ ਸਰੋਵਰ ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਕੇ
ਇਸ ਬੇਰ ਹੇਠਾਂ ਬੈਠਦੇ ਅਤੇ ਗੁਰਬਾਣੀ ਉਚਾਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਆਪ ਦੇ ਹੱਥੀਂ ਗੁਰਗੱਦੀ ਦੀ ਰਸਮ ਅਦਾ ਕੀਤੀ ਜਾਂਦੀ ਰਹੀ। ਜਦ 14 ਸੰਮਤ 1631 ਈਸਵੀ ਨੂੰ ਪਿੰਡ ਰਮਦਾਸ ਵਿਖੇ ਆਪ ਜੀ ਅਕਾਲ ਚਲਾਣਾ ਕਰ ਗਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਇਸ ਮਹਾਨ ਪੁਰਸ਼ ਦਾ ਅੰਤਿਮ ਸੰਸਕਾਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਵੱਲੋਂ ਲੰਗਰ ਹਾਲ ਵਿੱਚ ਸਫਾਈ ਅਤੇ ਸੁਰੱਖਿਆ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਯਾਤਰੀ ਨੂੰ ਕੋਈ ਮੁਸ਼ਕਲ ਨਾ ਹੋਵੇ। ਇੱਥੇ ਸੰਗਤ ਨੂੰ ਲੰਗਰ ਛਕਾਉਣ ਲਈ 2 ਮੰਜ਼ਲੀ ਹਾਲ 2 ਫਲੋਰ ਬਣੇ ਹੋਏ ਹਨ, ਜਿਸ ਵਿੱਚ 24 ਘੰਟੇ ਇੱਕ ਦਿਨ ਵਿੱਚ 1.5 ਲੱਖ ਦੇ ਕਰੀਬ ਸੰਗਤ ਲੰਗਰ ਗ੍ਰਹਿਣ ਕਰਦੀਆਂ ਹਨ। ਇਸ ਸਥਾਨ ਤੇ ਗੁਰੂ ਜੀ ਦਾ ਅਟੂਟ ਲੰਗਰ ਚੱਲਦਾ ਹੈ। ਇਸ ਲੰਗਰ ਹਾਲ ਵਿੱਚ ਕੋਈ ਵੀ ਨਿਸ਼ੁਲਕ ਸੇਵਾ ਕਰ ਸਕਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਗੁਰੂ ਘਰ ਦੇ ਲੰਗਰ ਲਈ ਤੁਸੀਂ ਸੇਵਾ ਡੋਨੇਸ਼ਨ ਦੇ ਸਕਦੇ ਹੋ। तो गाइस, हिस्टोरिकल व्लॉग का ये एपिसोड यहीं पर ही फिनिश होता है। हमारी वीडियो का कंसेप्ट आपको कैसा लगा? नेक्स्ट वीडियो में हम आपको जल्द मिलेंगे। लाइक कीजिए, कमेंट कीजिए, शेयर कीजिए और साथ में सब्सक्राइब कीजिए और बेल पर क्लिक करना मत भूलिए ताकि हमारी नेक्स्ट वीडियो आप तक पहुंच सके। अपने घर को, अपने शहर को और खुद को साफ सुथरा रखें और खुद हेल्थी रहें। मैं संदीप बाबा, कैमरामैन प्रीत के साथ हिस्टोरिकल व्लॉग्स।